Hello students, today we will learn about how to calculate new profit sharing ratio in case of admission of new partner. In this video, I will take all possible cases of computation of new profit sharing ratio. So let's start. First of all, you all must know the meaning of admission of new partner. ਜਦੋਂ ਆਪਾਂ ਕਿਸੇ ਨਵੇਂ ਪਾਰਟਨਰ ਨੂੰ ਐਡਮਿਟ ਕਰਦੇ ਆ ਆਪਣੀ ਪਾਰਟਨਰਸ਼ਿਪ ਦੇ ਵਿੱਚ, ਠੀਕ ਹੈ। ਫੋਰ ਐਗਜ਼ਾਮਪਲ ਪਹਿਲਾਂ ਦੋ ਪਾਰਟਨਰ ਸੀ ਫੋਰ ਸੇ ਏ ਐਂਡ ਬੀ। ਉਹਨਾਂ ਦੋਨਾਂ ਨੇ ਡਿਸਾਈਡ ਕੀਤਾ ਕਿ ਆਪਾਂ ਇੱਕ ਨਿਊ ਪਾਰਟਨਰ ਨੂੰ, ਠੀਕ ਹੈ, ਸੀ ਨੂੰ ਐਡਮਿਸ਼ਨ ਦੇਣੀ ਆ ਆਪਣੀ ਪਾਰਟਨਰਸ਼ਿਪ ਦੇ ਵਿੱਚ। ਉਹ ਕੀ ਹੋ ਜਾਊਗਾ? ਐਡਮਿਸ਼ਨ ਆਫ ਨਿਊ ਪਾਰਟਨਰ। ਪਰ ਇਹਦੇ ਕੌਨਸੀਕੁਐਂਸਸ ਕੀ ਹੋਣਗੇ? ਜਦੋਂ ਕਿਸੇ ਨਿਊ ਪਾਰਟਨਰ ਨੂੰ ਐਡਮਿਟ ਕਰਦੇ ਆ ਫੋਰ ਸੇ ਏ ਤੇ ਬੀ, ਠੀਕ ਹੈ, ਬੋਥ ਵਰ ਸ਼ੇਅਰਿੰਗ ਪ੍ਰੋਫਿਟਸ ਐਂਡ ਲੋਸਿਸ ਇਨ ਦ ਰੇਸ਼ੋ ਆਫ 1:1। ਜਦੋਂ ਉਹਨਾਂ ਨੇ ਐਡਮਿਸ਼ਨ ਨਹੀਂ ਦਿੱਤੀ ਸੀ ਉਸ ਤੋਂ ਪਹਿਲਾਂ ਉਹ 1:1 ਦੇ ਵਿੱਚ ਆਪਣੇ ਪ੍ਰੋਫਿਟਸ ਤੇ ਲੋਸਿਸ ਸ਼ੇਅਰ ਕਰਦੇ ਪਏ ਸੀ। ਲੇਕਿਨ ਹੁਣ ਜਦੋਂ ਨਵਾਂ ਪਾਰਟਨਰ ਆਊਗਾ, ਜਦੋਂ ਆਪਾਂ ਨਿਊ ਪਾਰਟਨਰ ਨੂੰ ਐਡਮਿਟ ਕਰਾਂਗੇ, ਉਸ ਕੇਸ ਦੇ ਵਿੱਚ ਕੀ ਰੇਸ਼ੋ ਚੇਂਜ ਹੋਊਗੀ। ਰੀਜ਼ਨ ਕੀ ਆ? ਕਿੱਥੇ ਦੋ ਬੰਦੇ ਪ੍ਰੋਫਿਟ ਤੇ ਲੋਸ ਨੂੰ ਸ਼ੇਅਰ ਕਰਦੇ ਪਏ ਸੀ, ਹੁਣ ਇੱਕ ਨਿਊ ਪਾਰਟਨਰ ਜਿਹੜਾ ਉਹ ਵੀ ਪ੍ਰੋਫਿਟ ਲੋਸ ਦੇ ਵਿੱਚ, ਠੀਕ ਹੈ, ਸ਼ੇਅਰਿੰਗ ਪਾਰਟਨਰ ਬਣ ਗਿਆ। ਇਹਦਾ ਮਤਲਬ ਕਿ ਰੇਸ਼ੋ ਕੀ ਆ? ਚੇਂਜ ਹੋ ਜਾਊਗੀ। ਤੇ ਆਪਾਂ ਉਹੀ ਚੇਂਜ ਰੇਸ਼ੋ ਜਿਹੜੀ ਹੈਗੀ ਕੈਲਕੂਲੇਟ ਕਰਨੀ ਆ ਫੋਰ ਸੇ, ਠੀਕ ਹੈ। ਸਪੋਜ਼ 1:1 ਦੀ ਰੇਸ਼ੋ ਸੀ। ਦੇ ਹੈਵ ਐਡਮਿਟਡ ਸੀ ਫੋਰ 1/3 ਸ਼ੇਅਰ, ਠੀਕ ਹੈ। in this case you have to calculate the new profit sharing ratio for the existing partners, ਕਿਉਂਕਿ ਜਿਹੜਾ ਸੀ ਦਾ ਸ਼ੇਅਰ ਆ ਆਲਰੇਡੀ ਨਿਊ ਸ਼ੇਅਰ ਆ, ਤੇ ਜਿਹੜੇ ਐਗਜ਼ਿਸਟਿੰਗ ਸ਼ੇਅਰ ਪਾਰਟਨਰਸ ਆ ਇਹਨਾਂ ਦਾ ਆਪਾਂ ਨਿਊ ਸ਼ੇਅਰ ਕੈਲਕੂਲੇਟ ਕਰਨਾ। ਉਹਨੂੰ ਆਪਾਂ ਕਿੱਦਾਂ ਕੈਲਕੂਲੇਟ ਕਰਾਂਗੇ? ਸੀ let the total share of firm let the total share of firm is 1। ਪੂਰੀ ਫਰਮ ਦਾ ਸ਼ੇਅਰ ਕਿੰਨਾ ਆ ਗਿਆ? 1। ਉਹਦੇ ਵਿੱਚੋਂ ਸੀਜ਼ ਸ਼ੇਅਰ ਮਤਲਬ ਕਿ ਨਿਊ ਪਾਰਟਨਰ ਦਾ ਸ਼ੇਅਰ ਕਿੰਨਾ ਆ ਗਿਆ? 1/3। ਇੱਥੇ ਤੁਸੀਂ ਲਿਖਣਾ ਸ਼ੇਅਰ ਰਿਮੇਨਿੰਗ ਫੋਰ ਓਲਡ ਪਾਰਟਨਰਸ। ਜਿਹੜੇ ਐਗਜ਼ਿਸਟਿੰਗ ਪਾਰਟਨਰਸ ਆ ਉਹਨਾਂ ਲਈ ਕਿੰਨਾ ਸ਼ੇਅਰ ਰਹਿ ਗਿਆ? ਫਰਮ ਦਾ ਜਿੰਨਾ ਸ਼ੇਅਰ ਆ ਉਹਦੇ ਵਿੱਚੋਂ ਨਿਊ ਪਾਰਟਨਰ ਦਾ ਸ਼ੇਅਰ ਮਾਈਨਸ ਕਰੋ ਐਂਡ ਯੂ ਵਿਲ ਗੈਟ 2/3, ਠੀਕ ਹੈ। ਐਲਸੀਐਮ ਲੈ ਕੇ ਇਹਨੂੰ ਕੈਲਕੂਲੇਟ ਕਰ ਲਓ ਐਂਡ ਯੂ ਵਿਲ ਗੈਟ 2/3 ਐਂਡ ਯੂ ਹੈਵ ਟੂ ਮਲਟੀਪਲਾਈ ਦਿਸ ਸ਼ੇਅਰ with their existing share to get new share. So A's new share will be 1/2 multiply by 2/3, it will be 2/6. B's new share 1/2 multiply by 2/3, it will be 2/6। ਹੁਣ ਇਹਦੇ ਨੀਚੇ ਜਿਹੜਾ ਡਿਨੋਮੀਨੇਟਰ ਆ ਉਹ ਹੈਗਾ 6, ਤੇ ਜਿਹੜਾ ਸੀ ਦਾ ਸ਼ੇਅਰ ਆ, ਸੀਜ਼ ਸ਼ੇਅਰ ਇਜ਼ 1/3 ਜਿਸ ਸ਼ੇਅਰ ਤੇ ਆਪਾਂ ਉਹਨੂੰ ਐਡਮਿਟ ਕੀਤਾ ਸੀ। ਹੁਣ ਇਸ ਡਿਨੋਮੀਨੇਟਰ ਦੇ ਵਿੱਚ ਇਹਨੂੰ ਚੇਂਜ ਕਰਨ ਲਈ ਯੂ ਹੈਵ ਟੂ ਮਲਟੀਪਲਾਈ ਇਟ 2/2, ਠੀਕ ਹੈ। ਨੀਚੇ 6 ਕਿੱਦਾਂ ਬਣਨਗੇ? 3 ਨੂੰ 2 ਨਾਲ ਮਲਟੀਪਲਾਈ ਕਰਕੇ, ਤੇ ਸੇਮ ਹੀ ਡਿਨੋਮੀਨੇਟਰ ਨਾਲ ਆਪਾਂ ਉੱਪਰ ਮਲਟੀਪਲਾਈ ਕਰਨਾ। ਇਹ ਬਣ ਜੂਗਾ ਤੁਹਾਡਾ 2/6। So the ratio will be A, B and C 2:2:2, or you can say 1:1:1। ਇਹ ਤਿੰਨੋਂ ਪਾਰਟਨਰਸ ਦੀ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਕੈਲਕੂਲੇਟ ਹੋ ਜਾਂਦੀ ਹੈ। Is it clear? This case will be applied only when you have not been provided any additional information except this information। ਜਿੱਦਾਂ ਨਿਊ ਓਲਡ ਰੇਸ਼ੋ ਦਿੱਤੀ ਹੋਈ ਆ, ਨਿਊ ਬੰਦੇ ਦਾ ਸਿਰਫ, ਨਿਊ ਪਾਰਟਨਰ ਦਾ ਸਿਰਫ ਸ਼ੇਅਰ ਦਿੱਤਾ ਹੋਇਆ, ਉਸ ਕੇਸ ਦੇ ਵਿੱਚ ਯੂ ਕੈਨ ਅਪਲਾਈ this method। okay, clear? Now let's move to case 2। see, I have taken probable cases। see, L and M are sharing profits and losses in the ratio of 2:2
they admitted N as a partner who takes 1/4 share from L and 1/8 share from M. Calculate new profit sharing ratio of partners. ਹੁਣ ਇੱਕ ਚੀਜ਼ ਆਪਾਂ ਧਿਆਨ 'ਚ ਰੱਖਣੀ ਆ, ਜਿਸ ਕੇਸ ਦੇ ਵਿੱਚ ਆਪਾਂ ਨਿਊ ਪਾਰਟਨਰ ਨੂੰ ਐਡਮਿਟ ਕਰਦੇ ਆ ਤੇ ਜਦੋਂ ਉਹਦਾ ਸ਼ੇਅਰ ਲਿਖਿਆ ਹੋਵੇ ਹੀ ਟੇਕਸ ਸ਼ੇਅਰ ਫਰੋਮ, ਜਿੱਥੇ ਫਰੋਮ ਵਰਡ ਲਿਖਿਆ ਹੋਵੇ ਇਹਦਾ ਮਤਲਬ ਕੀ ਆ, ਯੂ ਹੈਵ ਬੀਨ ਪ੍ਰੋਵਾਈਡਡ ਵਿਦ ਦਾ ਸੈਕਰੀਫਾਈਸ ਰੇਸ਼ੋ। ਤੁਹਾਨੂੰ ਉਹਨਾਂ ਦਾ 올ਡ ਪਾਰਟਨਰਸ ਦਾ ਸੈਕਰੀਫਾਈਸ ਦਿੱਤਾ ਹੋਇਆ ਜਿਹਦੇ ਬੇਸ ਤੇ ਤੁਸੀਂ ਨਿਊ ਰੇਸ਼ੋ ਕੈਲਕੂਲੇਟ ਕਰਨੀ ਆ। ਕਲੀਅਰ? ਨਾਓ ਇਨ ਦਿਸ ਕੇਸ ਯੂ ਕੈਨ ਕੈਲਕੂਲੇਟ existing partners new share as applying this formula. New share will be is equal to old share minus sacrifice made by existing partner। ਜਿਹੜਾ ਉਹਨਾਂ ਦਾ old share ਆ ਉਹਦੇ ਵਿੱਚੋਂ sacrifice minus ਕਰ ਲਓ, ਠੀਕ ਹੈ। ਉਹਨਾਂ ਦਾ ਸ਼ੇਅਰ ਕਿੰਨਾ ਗਿਵਨ ਆ, L and M, ਉਹਨਾਂ ਦੀ ਰੇਸ਼ੋ ਗਿਵਨ ਆ 2:2। ਇਹਦਾ ਮਤਲਬ L ਦਾ old share ਕਿੰਨਾ ਆ ਗਿਆ, 2/4 and his sacrifice is they admitted N who takes 1/4 from L and 1/8 from M. So L's sacrifice is 1/4. So we will deduct 1/4 from it by taking 4 as LCM. 2 minus 1 is equal to 1/4. So the share will be 1/4 for L and M's new share will be 2/4 minus 1/8 is equal to 8. 4 minus 1 is equal to 3/8 and N's share will be, N ਦਾ ਸ਼ੇਅਰ ਆਪਾਂ ਕਿੱਦਾਂ ਕੈਲਕੂਲੇਟ ਕਰਾਂਗੇ, N ਨੂੰ ਜਿੰਨਾ ਦੋਨਾਂ ਤੋਂ ਸ਼ੇਅਰ ਮਿਲਦਾ ਪਿਆ 1/4 from L and 1/8 from M and his share will be, you have to take 8 as LCM and 2 plus 1 is equal to 3/8। ਹੁਣ ਦੇਖੋ M ਤੇ N ਦਾ डिनोमिनेटर हैगा 8, L ਦਾ डिनोमिनेटर हैगा 4, so you have to convert this share into denominator 8, so it will be multiplied by 2 and share will be 2/8, so the new ratio will be 2:3:3। ਇਸ ਤਰੀਕੇ ਨਾਲ ਆਪਾਂ ਇਸ ਫਾਰਮੂਲੇ ਦੇ ਵਿੱਚ ਰੇਸ਼ੋ ਕੈਲਕੂਲੇਟ ਕਰਨੀ ਆ। Now let's move to next case. I have taken question number 9 from T.S. Garewal book. As per first case, R and T are partners in a firm sharing profits and losses in the ratio of 3:2. They have admitted S as new partner. R surrenders 1/4 of his share and T surrenders 1/5 of his share. ਪਹਿਲਾ ਕੇਸ ਕੀਤਾ ਆਪਾਂ ਫਰੋਮ ਵਾਲਾ, ਹੁਣ ਉਹ 'ਚ ਜਿੱਥੇ ਲਿਖਿਆ ਹੋਵੇ ਆਫ, ਇਸ ਕੇਸ ਦੇ ਵਿੱਚ ਯੂ ਹੈਵ ਟੂ ਕੈਲਕੂਲੇਟ ਦ ਸੈਕਰੀਫਾਈਸ ਮੇਡ ਬਾਈ ਐਗਜ਼ਿਸਟਿੰਗ ਪਾਰਟਨਰਸ ਫਸਟ, ਠੀਕ ਹੈ। ਉਹਨੇ ਆਪਾਂ ਸੈਕਰੀਫਾਈਸ ਕਰਨਾ, ਉਹ ਕਿੱਦਾਂ ਕੱਢਾਂਗੇ, ਆਰ ਦਾ 올ਡ ਸ਼ੇਅਰ ਕਿੰਨਾ 3/5, ਉਹਨੂੰ ਆਪਾਂ ਮਲਟੀਪਲਾਈ ਕਰ ਲੈਣਾ ਜਿੰਨਾ ਹੀ ਆਪਣੇ ਸ਼ੇਅਰ ਦਾ ਉਹ ਸਰੈਂਡਰ ਕਰਦਾ ਪਿਆ, ਕਿੰਨਾ 1/4, ਸੋ ਇਟ ਵਿਲ ਬੀ ਮਲਟੀਪਲਾਈਡ ਬਾਈ 1/4। 3/5 multiplied by 1/4, it will be 3/20. Sacrifice made by R. Similarly, T's sacrifice will be 2/5 multiplied by 1/5 as T surrenders 1/5 of his share. So T's sacrifice will be 2/25. Clear? So R's new share will be same formula ਹੁਣ ਇਹਦੇ ਵਿੱਚ ਅਪਲਾਈ ਕਰ ਦਿਓ, existing share minus sacrifice, 3/5 minus 3/20, 2/5 minus 2 divided by 25, it will be 20 as LCM, 4 3 12 minus 3, 9/20. Second case 25 LCM, 10 minus 2, 8/20। S ਦਾ ਸ਼ੇਅਰ ਆਪਾਂ ਕਿੱਦਾਂ ਕੈਲਕੂਲੇਟ ਕਰਨਾ, S ਦਾ ਸ਼ੇਅਰ ਇਹਦੇ ਵਿੱਚ ਕੈਲਕੂਲੇਟ ਕਰਨ ਲਈ, ਠੀਕ ਹੈ, ਜਿੰਨਾ ਸੈਕਰੀਫਾਈਸ ਉਹਨਾਂ ਦਾ ਉਹ ਐਡ ਕਰ ਦਿਓ। ਸੈਕਰੀਫਾਈਸ ਕਿੰਨਾ 3/20 ਪਲੱਸ
2/25 25 ਤੇ 20 ਦਾ LCM कैलकुलेट करोगे and you will get 100 as LCM. It will be 15 plus 4 to the 8 23/100. ਹੁਣ ਇਹਦੇ ਨੀਚੇ 100 ਹੈ, ਇਹਦੇ ਨੀਚੇ ਆਣਾ 25, ਇੱਧਰ ਆਣਾ ਡਿਨੋਮੀਨੇਟਰ 20. ਸਾਰਿਆਂ ਨੂੰ 100 ਦੇ ਡਿਨੋਮੀਨੇਟਰ 'ਚ ਚੇਂਜ ਕਰ ਲਓ ਕਿਉਂਕਿ ਮੈਕਸਿਮਮ ਵੈਲਿਊ ਦੇ ਵਿੱਚ ਚੇਂਜ ਕਰ ਸਕਦੇ ਆ. ਮਲਟੀਪਲਾਈ ਬਾਈ 5/5 ਮਲਟੀਪਲਾਈ ਬਾਈ 4/4, ਇਹਦਾ ਤਾਂ ਆਲਰੇਡੀ ਗਿਵਨ ਹੀ ਆ. ਐਂਡ ਯੂ ਵਿਲ ਗੈਟ ਦਾ ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੋ. ਇਜ਼ ਇਟ ਕਲੀਅਰ? ਨਾਓ ਮੂਵ ਟੂ ਕੇਸ 2. As per case 2, A and B are partners. They admitted C for 1/4 share. In future, the ratio between A and B would be 2:1. ਹੁਣ ਦੇਖੋ ਜਿਸ ਕੇਸ ਦੇ ਵਿੱਚ ਨਿਊ ਪਾਰਟਨਰ ਨੂੰ ਐਡਮਿਟ ਕਰੀਏ ਲੇਕਿਨ ਜਿਹੜੇ ਐਗਜ਼ਿਸਟਿੰਗ ਪਾਰਟਨਰਸ ਆ ਉਹ ਸਿਰਫ ਆਪਣੀ ਫਿਊਚਰ ਰੇਸ਼ੋ ਡਿਸਾਈਡ ਕਰ ਲੈਣ. ਉਹਨਾਂ ਨੇ ਸਿਰਫ ਆਪਣੀ ਦੋਨਾਂ ਦੀ ਫਿਊਚਰ ਰੇਸ਼ੋ ਡਿਸਾਈਡ ਕੀਤੀ ਆ ਲੇਕਿਨ ਸੀ ਦੀ ਰੇਸ਼ੋ ਨਹੀਂ ਉਹਨਾਂ ਨੇ ਮਤਲਬ ਕਿ ਕੈਲਕੂਲੇਟ ਕੀਤੀ. ਉਹ ਸੀ ਦਾ ਸਿਰਫ ਸ਼ੇਅਰ ਗਿਵਨ ਆ 2/4. ਠੀਕ ਆ. ਜਿਸ ਕੇਸ ਦੇ ਵਿੱਚ A ਤੇ B ਆਲਰੇਡੀ ਉਹਨਾਂ ਦਾ ਸ਼ੇਅਰ ਜਿਹੜਾ ਦਿੱਤਾ ਹੋਇਆ ਉਹਨੂੰ ਆਪਾਂ ਅਜ਼ਿਊਮ ਕਰਾਂਗੇ 1/1 ਕਿਉਂਕਿ ਉਹਨਾਂ ਦਾ 올ਡ ਸ਼ੇਅਰ ਕਿੰਨਾ ਹੋ ਜਾਊਗਾ 1/1 ਜਦੋਂ ਰੇਸ਼ੋ ਨਾ ਗਿਵਨ ਹੋਵੇ. C ਨੂੰ ਉਹਨਾਂ ਨੇ ਐਡਮਿਟ ਕੀਤਾ for 1/4 ਸ਼ੇਅਰ, ਪਰ A ਤੇ B ਨੇ ਡਿਸਾਈਡ ਕੀਤਾ ਕਿ ਉਹਨਾਂ ਦੀ ਨਿਊ ਰੇਸ਼ੋ 2:1 ਰਹਿਣੀ ਚਾਹੀਦੀ ਆ. ਉਹਨਾਂ ਦਾ ਜਿਹੜਾ ਨਿਊ ਸ਼ੇਅਰ ਆ ਇਹਨੂੰ ਹੀ ਆਪਾਂ ਐਗਜ਼ਿਸਟਿੰਗ ਸ਼ੇਅਰ ਅਜ਼ਿਊਮ ਕਰਕੇ ਜਿਹੜਾ ਰਿਮੇਨਿੰਗ ਸ਼ੇਅਰ ਨਾਲ ਮਲਟੀਪਲਾਈ ਕਰਾਂਗੇ. ਸੋ ਇਟ ਵਿਲ ਬੀ 1 - 1/4, ਇਟ ਵਿਲ ਬੀ 3/4 ਤੇ 3/4 ਨੂੰ ਆਪਾਂ ਉਹਨਾਂ ਦੇ ਜਿਹੜਾ ਨਿਊ ਰੇਸ਼ੋ ਦੇ ਨਾਲ ਮਲਟੀਪਲਾਈ ਕਰਾਂਗੇ. ਸੋ A's ਨਿਊ ਸ਼ੇਅਰ ਵਿਲ ਬੀ 2/3 ਮਲਟੀਪਲਾਈ ਬਾਈ 3/4, ਇਟ ਵਿਲ ਬੀ 6/12. B's new share will be 1/3 multiply by 3/4, it will be 3/12. ठीक है. ਇਹਨੂੰ ਜੇ ਆਪਾਂ ਮਤਲਬ ਕਿ ਦੇਖੀਏ 6/3 ਹੈ ਤੇ C's ਦਾ ਸ਼ੇਅਰ ਕਿੰਨਾ ਆ ਗਿਆ? C's ਸ਼ੇਅਰ will be 1/4 ਡਿਨੋਮੀਨੇਟਰ 12 ਬਣਾਉਣ ਲਈ 3/3 ਨਾਲ ਮਲਟੀਪਲਾਈ 3/12. so ratio will be 6/3/3 or you can say 2:1:1. Clear? Now according to next case, A and B are partners sharing profits and losses in the ratio of 3:2. They admitted C for 1/5 share. C acquires 1/5 of his share from A and 4/5 share from B. ਹੁਣ ਇਹਦੇ ਵਿੱਚ from word ਜ਼ਰੂਰ ਲਿਖਿਆ ਹੋਇਆ ਲੇਕਿਨ ਕੀ ਲਿਖਿਆ ਪਹਿਲਾਂ ਦੇਖੋ ਉਹਨਾਂ ਨੇ C acquires 1/5 of his share and 4/5 from B. ਹੁਣ ਜਿਹੜਾ C ਦਾ ਸ਼ੇਅਰ ਆ C ਆਪਣੇ ਸ਼ੇਅਰ ਦਾ 1/5 ਤੇ 4/5 ਕਰਕੇ ਦੋਨਾਂ ਤੋਂ ਲੈ ਰਿਹਾ. ਇਸ ਕੇਸ ਦੇ ਵਿੱਚ ਵੀ ਤੁਸੀਂ ਪਹਿਲਾਂ ਸੈਕਰੀਫਾਈਸ ਕਰਨਾ. ਉਹ ਕਿੱਦਾਂ ਕੈਲਕੂਲੇਟ ਕਰਾਂਗੇ? ਜਿੰਨਾ C ਦਾ ਸ਼ੇਅਰ ਆ C ਦਾ ਸ਼ੇਅਰ ਕਿੰਨਾ ਵਾ 1/5 ਤੇ ਉਹ ਕਿਸ ਰੇਸ਼ੋ ਦੇ ਵਿੱਚ ਲੈ ਰਿਹਾ? C acquires 1/5 of his share from A. So the A's sacrifice will be 1/5 ਦਾ ਸ਼ੇਅਰ ਆ ਇਹਦਾ ਹੀ 1/5 ਤੋਂ ਲੈ ਰਿਹਾ A ਤੋਂ. So 1/5 multiply by 1/5 it will be 1/25. Similarly, B's sacrifice will be 1/5 multiply by B is taking 4/5 of his share from B. So we will multiply it by 4/5. So B's sacrifice will be 4/25. ਠੀਕ ਹੈ. ਇਹ ਉਹਨਾਂ ਦਾ ਸੈਕਰੀਫਾਈਸ ਆ ਗਿਆ. ਉਸ ਤੋਂ ਬਾਅਦ ਵਿੱਚ ਉਹਨਾਂ ਦਾ ਨਿਊ ਸ਼ੇਅਰ ਕੱਢ ਲਿਓ. ਨਿਊ ਸ਼ੇਅਰ ਕੈਲਕੂਲੇਟ ਕਰਨ ਲਈ ਫਿਰ ਫਾਰਮੂਲਾ ਕੀ ਲਗਾਉਂਗੇ? 올ਡ ਸ਼ੇਅਰ, ਜਿੰਨਾ 올ਡ ਸ਼ੇਅਰ ਐਗਜ਼ਿਸਟਿੰਗ ਪਾਰਟਨਰਸ ਦਾ 3/5 ਐਂਡ 2/5 ਉਹਦੇ ਵਿੱਚੋਂ ਮਲਟੀਪਲਾਈ ਕਰ ਮਾਈਨਸ ਕਰ ਦਿਓ ਸੈਕਰੀਫਾਈਸ ਮੇਡ ਬਾਏ A and B and you will get new profit sharing ratio. Clear? Now see the next case. X, Y and Z are partners sharing profits and losses in the ratio of 3:2:1. W joins for 1/6 share
in the profits, Z would retain his original share. जिस केस दे विच कोई एग्जिस्टिंग पार्टनर अपना ओल्ड शेयर ही मेनटेन करके रखे, ओल्ड शेयर ही रिटेन करके रखे, ठीक है, जैड ने अपना शेयर यही वाला अगे कंटिन्यू करना, उस केस दे विच ओल्ड शेयर आप ट्रीट करना 3/5 एंड 2/5 फॉर एक्स एंड वाई, क्योंकि जैड ने अपना शेयर 1/6 ही मेनटेन करना। ਇਹਦਾ मतलब ਕੀ ਆ, टोटल शेयर आ गया फॉर्म ਦਾ 1, ਉਹਦੇ ਵਿੱਚੋਂ W ने ज्वाइन किया 1/6 शेयर ਤੇ ਇਹਨੂੰ ਇਹਦੇ ਚੋਂ ਮਾਈਨਸ ਕਰ ਲਓ ਐਂਡ ਯੂ ਵਿਲ ਗੈਟ 5/6। ਹੁਣ ਇਹਦੇ ਵਿੱਚੋਂ Z ਨੇ ਕਹਿਤਾ ਕਿ ਮੈਂ ਆਪਣਾ ਸ਼ੇਅਰ ਆਪਣੇ ਕੋਲ ਰੱਖਣਾ ਵਾ, ਇਹਦਾ मतलब 1/6 ਆਪਾਂ Z ਨੂੰ ਦੇਤਾ, ਰਿਮੇਨਿੰਗ ਸ਼ੇਅਰ ਕਿੰਨਾ ਆ ਗਿਆ 4/6। ਜਿਹੜਾ 4/6 ਆ ਇਹਨੂੰ ਆਪਾਂ डिस्ट्रीब्यूट करना कि एक्स ते वाई दे विच, ठीक है। तो एक्स का न्यू शेयर कितना निकल जूगा, एक्स न्यू शेयर विल बी 3/5 मल्टीप्लाई बाय 4/6, इट विल बी 12/30। वाईज न्यू शेयर विल बी 2/5 मल्टीप्लाई बाय 4/6, इट विल बी 8/30। जेड्स न्यू शेयर विल बी, जेड का न्यू फॉर्म च शेयर कितना होगा, उन्हें तो अपना वही शेयर कंटिन्यू करना 1/6। ਹੁਣ ਇੱਥੇ डिनोमीनेटर 30 आ, 30 बना ले, आप की करांगे 5/5 ਨਾਲ मल्टीप्लाई कर लो, इट विल बी 5/30। W's share will be, W also joins for 1/6 share, so by taking 5 as common 30 as common denominator, it will be 5/30, so the new ratio will be 12:8:5:5. Done. Now move to case number 5. According to case 5, A and B are equal partners. They admitted C and D as partners with 1/5 and 1/6 shares. C's share will be 1/5, D's share will be 1/6 in new form. So A and B has existing profit sharing ratio, that is 1:1. Total share of firm will be 1 minus C's share in the new firm will be 1/5. So we will deduct it from the existing share. It will be 4/5. D's new share will be 1/6. We have to deduct it from the total firm's share as well, minus 1/6. By taking 30 as LCM, 24 minus 5, it will be 19/30, the remaining share for A and B. So A's new share will be 1/2 old share multiplied by the remaining share, that is 19/30, it will be 19/60. B's new share will be 1/2 multiplied by 19/30, 19/60. C's share will be 1/5, as he is admitted for 1/5 share and 60 is as a common denominator, we have to multiply it by 12/12, 12/60. D's share will be 1/6 multiplied by 10/10, it will be 10/60. So new profit sharing ratio between A, B, C, D will be 19, 19, 12, 10. Clear? That's it with the today's video. Thank you.